ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲ ਪਰਨੀਤ ਕੌਰ ਦੇ ਮਾਮਲੇ 'ਚ ਕਰਾਂਗੇ। ਬੀਤੇ ਦਿਨੀ ਪਰਨੀਤ ਕੌਰ ਨੂੰ ਨੋਟਿਸ ਕੱਢਿਆ ਗਿਆ ਸੀ ਪੰਜਾਬ ਕਾਂਗਰਸ ਦੇ ਵੱਲੋਂ ਕਿ ਭਾਈ ਤੁਸੀਂ ਜਿਹੜਾ ਆਪਣਾ ਪੱਖ ਸਪਸ਼ਟ ਕਰੋ ਕਿ ਤੁਸੀਂ ਕੈਪਟਨ ਦੇ ਨਾਲ ਹੋ ਜਾਂ ਫਿਰ ਕਾਂਗਰਸ ਦੇ ਨਾਲ ਹੋ। ਤਾਂ ਹੁਣ ਪਰਨੀਤ ਕੌਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਜਾਪਦਾ ਹੈ ਕਿ ਕੁਝ ਪਰਨੀਤ ਕੌਰ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਹੈ ਤੇ ਕਿਸ ਦੇ ਹੱਕ ਦੇ ਵਿੱਚ ਖੜੇ ਨੇ, ਕੈਪਟਨ ਜਾਂ ਫਿਰ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਖੜੇ ਨੇ, ਉਸ ਤੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਉਧਰ ਕੈਪਟਨ ਅਮਰਿੰਦਰ ਸਿੰਘ ਦਾ ਵੀ ਵੱਡਾ ਬਿਆਨ ਆਇਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ਉਹ ਵੀ ਤੁਹਾਨੂੰ ਦੱਸਾਂਗੇ। ਤੇ ਕੈਪਟਨ ਅਮਰਿੰਦਰ ਦੇ ਬਿਆਨ ਤੋਂ ਬਾਅਦ ਬੀਜੇਪੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਖੜਦੀ ਹੋਈ ਨਜ਼ਰ ਆ ਰਹੀ ਹੈ, ਜਿਸ ਤੋਂ ਸਾਫ਼ ਸੰਕੇਤ ਮਿਲ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਠਜੋੜ ਹੋਵੇਗਾ ਹੀ ਹੋਵੇਗਾ। ਤਾਂ ਉਧਰ ਚਰਨਜੀਤ ਸਿੰਘ ਚੰਨੀ ਜਿਹੜੇ ਆਪਣੇ ਪਰਿਵਾਰ ਦੇ ਲਈ ਟਿਕਟ ਮੰਗਦੇ ਦਿਖਾਈ ਦੇ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਇਸ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਲਈ ਟਿਕਟ ਮੰਗਣਾ ਜਾਇਜ਼ ਹੈ ਜਾਂ ਫਿਰ ਸਹੀ ਨਹੀਂ ਹੈ ਤੇ ਮੰਗ ਕਿਸ ਲਈ ਰਹੇ ਨੇ ਟਿਕਟ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉਧਰ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਦੇ ਅੰਦਰ ਇੱਕ ਵਾਰ ਫਿਰ ਤੋਂ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਕਿਹਨਾਂ ਨੇ ਅਸਤੀਫੇ ਦਿੱਤੇ ਨੇ ਤੇ ਕਿਉਂ ਦਿੱਤੇ ਨੇ, ਇਸ ਖਬਰ ਤੇ ਵੀ ਵਿਸਥਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत शुक्रिया, मेहरबानी, धन्यवाद सुखविंदर जी। ਡਾਕਟਰ ਸਾਹਿਬ ਜਿਹੜੀ ਸ਼ੁਰੂਆਤ ਹੈ ਆਪਾਂ ਪਰਨੀਤ ਕੌਰ ਦੀ ਖਬਰ ਤੋਂ ਕਰਾਂਗੇ। ਪਰਨੀਤ ਕੌਰ ਨੂੰ ਨੋਟਿਸ ਡਾਕਟਰ ਸਾਹਿਬ ਕੱਢਿਆ ਗਿਆ ਸੀਗਾ ਹਰੀਸ਼ ਚੌਧਰੀ ਦੇ ਵੱਲੋਂ ਕਿ ਭਾਈ ਤੁਹਾਡੇ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਜਿਹਦੇ ਕਰਕੇ ਪਾਰਟੀ ਦੇ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ। ਤੁਸੀਂ ਸਪਸ਼ਟ ਕਰੋ ਕਿ ਤੁਹਾਡੇ ਵੱਲੋਂ ਇਹ ਪਾਰਟੀ ਵਿਰੋਧੀਆਂ ਕਿਉਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਤੁਸੀਂ ਕੈਪਟਨ ਦੇ ਨਾਲ ਹੋ ਜਾਂ ਫਿਰ ਜਿਹੜਾ ਤੁਸੀਂ ਕਾਂਗਰਸ ਦੇ ਨਾਲ ਹੋ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਜਾ ਕੇ ਸਿਸਮਾ ਫਾਰਮ ਹਾਊਸ ਦੇ ਵਿੱਚ ਨਾਅਰੇ ਲੱਗੇ ਸੀਗੇ, ਜਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾ ਰਹੀ ਹੈ ਤੇ ਉੱਥੇ ਪਰਨੀਤ ਕੌਰ ਕੌਂਸਲਰ ਨੂੰ ਲੈ ਕੇ ਗਈ ਜਿੱਥੇ ਕੈਪਟਨ ਦੇ ਹੱਕ ਦੇ ਵਿੱਚ ਨਾਅਰੇ ਲੱਗੇ ਕਿ ਕੈਪਟਨ ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਆ। ਤਾਂ ਵਿੱਚ ਪਰਨੀਤ ਕੌਰ ਬੈਠੇ ਦਿਖਾਈ ਦੇ ਰਹੇ ਸੀ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹੜਕੰਪ ਮਚਿਆ ਸੀ ਕਿ ਐਮਪੀ ਕਾਂਗਰਸ ਦੇ ਨੇ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਪਤੀ ਨੇ, ਪਰ ਐਮਪੀ ਕਾਂਗਰਸ ਦੇ ਨੇ ਪਰਨੀਤ ਕੌਰ ਤੇ ਦੂਜੇ ਪਾਰਟੀ ਦੇ ਪ੍ਰਧਾਨ ਦੇ ਲਈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਭਾਈ ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਆ। ਨੋਟਿਸ ਕੱਢਿਆ ਗਿਆ, ਦੱਸੋ ਭਾਈ, ਜਵਾਬ ਦਿਓ ਬਈ ਕਿਹਦੇ ਨਾਲ ਹੋ ਤੁਸੀਂ। ਤਾਂ ਪਰਨੀਤ ਕੌਰ ਦੇ ਵੱਲੋਂ ਟਵਿੱਟਰ ਹੈਂਡਲ ਦੇ ਉੱਪਰ ਉਹੀ ਫੋਟੋ ਦਰਸਾਈ ਜਾ ਰਹੀ ਹੈ ਜਿਹਦੇ ਵਿੱਚ ਲਿਖਿਆ ਕੈਪਟਨ ਫॉर 2022। ਤਾਂ ਫਿਰ ਕੀ ਲੱਗਦਾ ਡਾਕਟਰ ਸਾਹਿਬ, ਲੱਗਦਾ ਕਿ ਪਰਨੀਤ ਕੌਰ ਨੇ ਫੈਸਲਾ ਲੈ ਲਿਆ ਕਾਂਗਰਸ ਤੇ ਕੈਪਟਨ ਦੇ ਵਿੱਚੋਂ ਕੈਪਟਨ ਨੂੰ ਚੁਣਦੇ? जी बिल्कुल, देखो स्पष्ट है कि प्रनीत कौर जी ने बिल्कुल सही अपने जो उन्होंने लगता है कि सही की है गलत की है ਉਹਦੇ ਮੁਤਾਬਕ ਉਹਨਾਂ ਨੇ ਫੈਸਲਾ ਲੈ ਲਿਆ ਔਰ ਉਹ ਫੈਸਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਿੱਧੇ ਤੌਰ ਤੇ ਜੋ ਨਵੀਂ ਪਾਰਟੀ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਣਾਈ ਹੈ ਪੰਜਾਬ ਲੋਕ ਕਾਂਗਰਸ, ਉਹਦੇ ਨਾਲ ਉਹ ਖੜੇ ਹੋਏ ਨਜ਼ਰ ਆ ਰਹੇ ਨੇ। ਔਰ ਇੱਥੋਂ ਸਪਸ਼ਟ ਇਹੀ ਹੈ ਕਿ ਉਹ ਕਾਂਗਰਸ ਨੂੰ ਛੱਡਣਾ ਚਾਹੁੰਦੇ ਨੇ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਆਪਾਂ ਦੇਖ ਰਹੇ ਹਾਂ, ਜਿਵੇਂ ਤੁਸੀਂ ਵੀ ਦੱਸਿਆ ਹੈ ਕਿ ਉਹ ਲਗਾਤਾਰ ਆਪਣੇ ਪਰਿਵਾਰ ਦੇ ਨਾਲ, ਜਿਵੇਂ ਉਹਨਾਂ ਨੇ ਬਿਆਨ ਵੀ ਦਿੱਤਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਮੈਂ ਤਾਂ ਆਪਣੇ ਪਰਿਵਾਰ ਦੇ ਨਾਲ ਜਾਵਾਂਗੀ, ਯਾਨੀ ਕਿ ਆਪਣੇ ਮੈਂ ਪਤੀ ਦੇ ਨਾਲ ਖੜਾਂਗੀ। ਸੋ ਉਹੀ ਫੈਸਲਾ ਉਹ ਲੈਂਦੇ ਹੋਏ ਨਜ਼ਰ ਆ ਰਹੇ ਨੇ। ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਅਨੁਸ਼ਾਸਨੀ ਕਾਰਵਾਈ ਦਾ ਜਿਹੜਾ ਹੈਗਾ ਨੋਟਿਸ ਜ਼ਰੂਰ ਕੱਢਿਆ ਗਿਆ ਸੀਗਾ, ਪਰ ਉਸ ਨੋਟਿਸ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਆਪਣੇ ਪਰਿਵਾਰ ਨੂੰ ਚੁਣਿਆ ਹੈ, ਕੈਪਟਨ ਸਾਹਿਬ ਨੂੰ ਚੁਣਿਆ ਹੈ ਔਰ ਉਹਨਾਂ ਦੀ ਪਾਰਟੀ ਨੂੰ ਚੁਣਿਆ ਹੈ। ਸੋ ਹੁਣ ਇਹਦਾ ਨਤੀਜਾ ਤਾਂ ਇਹੀ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਛੇਤੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਯਾਨੀ ਕਿ ਕਾਂਗਰਸ ਦੇ ਵਿੱਚੋਂ ਸਸਪੈਂਡ ਕੀਤਾ ਜਾ ਸਕਦਾ ਹੈ। ਉਹਨਾਂ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਾਰਟੀ ਛੱਡ ਕੇ ਆਪਣੀ ਜਿਹੜੀ ਹੈਗੀ ਹੈ ਵੱਖਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣ। ਔਰ ਹੋ ਸਕਦਾ ਹੈ ਕਿ ਜਿਵੇਂ ਕੱਲ ਕੈਪਟਨ ਸਾਹਿਬ ਬੀਜੇਪੀ ਦੇ ਲੀਡਰਾਂ ਨੂੰ ਮਿਲ ਕੇ ਆਏ ਨੇ ਹਰਿਆਣੇ ਦੇ ਵਿੱਚ, ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲ ਕੇ ਆਏ ਨੇ। ਸੋ ਉਮੀਦ ਇਹੀ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸੈਂਟਰ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ, ਖਾਸ ਤੌਰ ਤੇ ਅਮਿਤ ਸ਼ਾਹ ਜੀ ਹੋਏ, ਮੋਦੀ ਸਾਹਿਬ ਹੋਏ, ਤਾਂ ਲਾਜ਼ਮੀ ਤੌਰ ਤੇ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਔਰ ਬੀਜੇਪੀ ਦਾ ਗਠਬੰਧਨ ਹੋ ਸਕਦਾ ਹੈ ਸਿੱਧੇ ਜਾਂ ਅਸਿੱਧੇ ਤੌਰ ਤੇ। ਔਰ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਵਾਪਸ ਆਉਣਗੇ, ਉਹਨਾਂ ਦੀ ਘਰ ਵਾਪਸੀ ਹੋਏਗੀ, ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਕੁਝ ਕਿਸਾਨ ਜਿਹੜੇ ਨੇਤਾ ਨੇ, ਕਿਸਾਨ ਲੀਡਰ ਨੇ, ਕਿਸਾਨ ਜਥੇਬੰਦੀਆਂ ਦੇ ਲੀਡਰ ਨੇ, ਉਹ ਵੀ ਮੇਰੇ ਨਾਲ ਸੰਪਰਕ 'ਚ ਨੇ।
ਸੋ ਉਹਨਾਂ ਨੂੰ ਵੀ ਮੈਂ ਮਿਲ ਕੇ ਜਿਹੜਾ ਹੈਗਾ ਪਾਰਟੀ ਬਣਾ ਸਕਦਾ ਹਾਂ, ਉਹਨਾਂ ਨੂੰ ਆਪਣੇ ਨਾਲ ਜੋੜ ਸਕਦਾ ਹਾਂ। ਸੋ ਇਸੇ ਤਰ੍ਹਾਂ ਜਿਹੜੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਕਾਂਗਰਸ ਦੇ ਵਿੱਚੋਂ, ਉਹ ਵੀ ਉਹਨਾਂ ਦੇ ਨਾਲ ਜਾ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਕੈਪਟਨ ਸਾਹਿਬ ਨੇ ਕਾਂਗਰਸ ਬਣਾਈ ਹੈ, ਨਵੀਂ ਕਾਂਗਰਸ ਬਣਾਈ ਹੈ, ਉਹਦੇ ਵਿੱਚ ਕਈ ਲੋਕ ਜਿਹੜੇ ਨੇ ਸ਼ਾਮਲ ਹੋ ਸਕਦੇ ਨੇ। ਸੋ ਆਪਾਂ ਕਹਿ ਸਕਦੇ ਹਾਂ ਕਿ ਪ੍ਰਨੀਤ ਕੌਰ ਜੀ ਨੇ ਜੋ ਫੈਸਲਾ ਲਿਆ ਹੈ, ਬਿਲਕੁਲ ਸੋਚ ਸਮਝ ਕੇ ਹੀ ਫੈਸਲਾ ਲਿਆ ਹੋਏਗਾ। ਆਪਣੇ ਪਰਿਵਾਰ ਨਾਲ ਉਹਨਾਂ ਨੇ ਜ਼ਰੂਰ ਸਲਾਹ ਕੀਤੀ ਹੋਏਗੀ, ਕੈਪਟਨ ਸਾਹਿਬ ਨਾਲ ਸਲਾਹ ਕੀਤੀ ਹੋਏਗੀ, ਬੱਚਿਆਂ ਦੇ ਨਾਲ ਸਲਾਹ ਕੀਤੀ ਹੋਏਗੀ। ਸੋ ਉਸ ਤੋਂ ਬਾਅਦ ਇਹ ਫੈਸਲਾ ਲਿਆ ਹੈ। ਸੋ ਕਹਿਣ ਦਾ ਮਤਲਬ ਹੈ ਕਿ ਲੋਕ ਸਭਾ ਸੀਟ ਤੋਂ ਜਿਹੜਾ ਹੈਗਾ ਉਹਨਾਂ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸਤੀਫਾ ਵੀ ਦੇਣਾ ਪਵੇ। ਔਰ ਕੈਪਟਨ ਸਾਹਿਬ ਜਾਂ ਜਿਹੜੇ ਦੂਸਰੇ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਏਗਾ ਕਿ ਮੇਅਰ ਨੂੰ ਲੈ ਕੇ ਜਿਵੇਂ ਕਾਫੀ ਜਿਹੜਾ ਰੌਲਾ ਗੌਲਾ ਪਿਆ ਸੀਗਾ ਪਟਿਆਲੇ ਦੇ ਵਿੱਚ, ਉਸ ਨੂੰ ਲੈ ਕੇ ਵੀ ਨਿਰਾਸ਼ਾ ਜਿਹੜੀ ਹੈਗੀ ਆ ਝਲਕਦੀ ਨਜ਼ਰ ਆਈ ਸੀਗੀ ਪ੍ਰਨੀਤ ਕੌਰ ਔਰ ਕੈਪਟਨ ਸਾਹਿਬ ਦੇ। ਆਪਾਂ ਦੇਖਿਆ ਸੀਗਾ ਕਿ ਤੇਵਰ ਕਿਵੇਂ ਉਹਨਾਂ ਨੂੰ ਉੱਥੇ ਖੜੇ ਹੋਏ ਦੇਖਿਆ ਸੀਗਾ, ਔਰ ਸੀਐਮ ਤੋਂ ਐਮਸੀ ਦੇ ਜਿਹੜੇ ਮਸਲੇ ਸੀਗੇ ਉਹ ਸੁਲਝਾਉਂਦੇ ਨਜ਼ਰ ਆਏ ਸੀਗੇ। ਔਰ ਉਹ ਫੋਟੋ ਵੀ ਵਾਇਰਲ ਹੋਈ ਸੀਗੀ ਕਿ ਕਿਵੇਂ ਜਿਹੜੀ ਹੈਗੇ ਵਕਤ ਜਿਹੜਾ ਹੈਗਾ ਕਿੱਡਾ ਮਹਾਨ ਹੈ, ਕਿ 5 ਸਾਲ ਹਜੇ ਪੂਰੇ ਨਹੀਂ ਹੋਏ ਕੈਪਟਨ ਸਾਹਿਬ ਦੇ, ਔਰ ਉਸੇ 5 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਜਿਹੜੇ ਨੇ ਫਰਸ਼ ਤੇ ਆ ਚੁੱਕੇ ਨੇ, ਅਰਸ਼ ਤੋਂ। ਸੋ ਕਹਿਣ ਦਾ ਮਤਲਬ ਹੈ ਕਿ ਵਕਤ ਜਿਹੜਾ ਹੈਗਾ ਬਹੁਤ ਮਹਾਨ ਹੁੰਦਾ ਹੈ। ਸੋ ਇਸ ਕਰਕੇ ਉਮੀਦ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਛੇਤੀ ਕਾਂਗਰਸ ਪਾਰਟੀ ਇਹਨਾਂ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਕਰੇਗੀ ਔਰ ਇਹਨਾਂ ਨੂੰ ਆਪਣੀ ਟਿਕਟ ਤੋਂ ਜਿਹੜਾ ਹੈਗਾ ਹੱਥ ਧੋਣੇ ਪੈ ਸਕਦੇ ਆ ਬਹੁਤ ਛੇਤੀ, ਸੁਖਵਿੰਦਰ ਜੀ। ਤਾਂ ਉੱਥੇ ਫਿਰ ਜਿਮਨੀ ਚੋਣ ਵੀ ਇੱਕ ਖੜੀ ਹੋ ਜਾਊਗੀ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਪਰ। ਡਾਕਟਰ ਸਾਹਿਬ, ਪਹਿਲਾਂ ਹੀ ਜਿਹੜਾ ਕਰਜ਼ਾ ਬੜਾ, ਇੱਕ ਚੋਣ ਦਾ ਹੋਰ ਜਿਹੜਾ ਖਰਚਾ ਪੰਜਾਬ ਦੇ ਲੋਕਾਂ ਦੇ ਸਿਰ ਤੇ ਖੜਾ ਹੋ ਜਾਊਗਾ। ਦੋ ਹੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਛੱਡਣੀ ਪਊਗੀ ਜਿੱਥੇ, ਤਾਂ ਉੱਥੇ ਹੀ ਪ੍ਰਨੀਤ ਕੌਰ ਬੇਵਜ੍ਹਾ ਹੀ ਜਿਹੜੇ ਇੱਕ ਹੋਰ ਸੀਟ ਦਾ ਖਰਚਾ ਪੰਜਾਬ ਦੇ ਲੋਕਾਂ ਦੇ ਸਿਰ ਤੇ ਖੜਾ ਕਰ ਦੇਣਗੇ। ਦੇਖੋ, ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹਨਾਂ ਨੂੰ ਨਾ ਤਾਂ ਕੋਈ ਖਰਚਿਆਂ ਦੀ ਪਰਵਾਹ ਹੁੰਦੀ ਹੈ, ਨਾ ਹੀ ਕਿਸੇ ਹੋਰ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਇਹਦੀ ਬਹੁਤਾ ਧਿਆਨ ਨਹੀਂ ਡਾਕਟਰ ਰੱਖਦੇ। ਸਾਹਿਬ, ਉਧਰ ਭਗਵੰਤ ਮਾਨ ਜਿਹੜੇ ਆਮ ਆਦਮੀ ਪਾਰਟੀ ਦੇ ਆ, ਉਹ ਵੀ ਚੋਣ ਲੜ ਰਹੇ ਆ ਵਿਧਾਨ ਸਭਾ ਦੀ, ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਿੱਤਣਗੇ ਵੀ। ਤਾਂ ਫਿਰ ਇਹਦੇ ਵਿੱਚ 3 ਜਿਹੜੀਆਂ ਸੀਟਾਂ ਹੋ ਜਾਣਗੀਆਂ ਪੰਜਾਬ ਦੇ ਸਿਰ ਦੇ ਉੱਪਰ ਖੜੀਆਂ। ਬਿਲਕੁਲ, ਇਹ ਤਾਂ ਦੇਖੋ ਹੁਣ ਸਮਾਂ ਦੱਸੇਗਾ ਕਿ ਕਿੰਨੀਆਂ ਸੀਟਾਂ ਜਿਹੜੀਆਂ ਨੇ ਉਹਦੇ ਮੰਨ ਲਓ ਪਿਛਲੇ ਵਾਰੀ ਵਾਲਾ ਹਾਲ ਨਾ ਹੋਵੇ। ਭਗਵੰਤ ਮਾਨ ਜੀ ਪਿਛਲੇ ਵਾਰੀ ਹਾਰ ਵੀ ਗਏ ਸੀਗੇ, ਔਰ ਇਸੇ ਤਰ੍ਹਾਂ ਕੋਈ ਜਿਹੜੀ ਹੈਗੇ ਸਮਾਂ ਜਿਹੜਾ ਹੈਗਾ ਇਹਨੇ ਡਿਸਾਈਡ ਕਰਨਾ ਹੈ। ਪਰ ਫਿਲਹਾਲ ਜਿਹੜਾ ਹੈਗਾ ਸਾਨੂੰ ਜਦੋਂ ਅਸੀਂ ਪ੍ਰਨੀਤ ਕੌਰ ਜੀ ਦੀ ਕੁਰਸੀ ਦੇ ਉੱਤੇ ਨਜ਼ਰ ਮਾਰਦੇ ਹਾਂ, ਉਹਨਾਂ ਦੀ ਸੀਟ ਨੂੰ ਵੇਖਦੇ ਹਾਂ, ਤਾਂ ਲਾਜ਼ਮੀ ਤੌਰ ਤੇ ਉਹਦੇ ਉੱਤੇ ਖਤਰੇ ਦੇ ਜਿਹੜੇ ਬੱਦਲ ਨੇ ਉਹ ਜ਼ਰੂਰ ਮੰਡਰਾਉਂਦੇ ਨਜ਼ਰ ਆ ਰਹੇ ਨੇ। ਔਰ ਸੰਭਾਵਨਾਵਾਂ ਇਹੀ ਹੈ ਕਿ ਇਹ ਜਿਹੜੀ ਸੀਟ ਹੈ ਲੋਕ ਸਭਾ ਦੀ, ਇਹ ਖਾਲੀ ਹੋ ਸਕਦੀ ਹੈ। ਔਰ ਇਸ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਤੋਂ ਬਾਅਦ ਹੀ ਜਿਹੜਾ ਹੈਗਾ ਗੱਲ ਕਲੀਅਰ ਹੋਏਗੀ ਕਿ ਕਿੰਨੀਆਂ ਕੀ ਜਿਹੜੀਆਂ ਸੀਟਾਂ ਨੇ ਲੋਕ ਸਭਾ ਦੀਆਂ। ਹੋ ਸਕਦਾ ਕਿ ਹੋਰ ਵੀ ਕੁਝ ਲੀਡਰ ਜਿਹੜੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੀਟਾਂ ਲੜ ਸਕਦੇ ਨੇ, ਜਿਵੇਂ ਪ੍ਰਤਾਪ ਸਿੰਘ ਬਾਜਵਾ ਕੋਲੇ ਰਾਜ ਸਭਾ ਦੀ ਸੀਟ ਹੈ, ਉਹ ਵੀ ਜਿਹੜੀ ਹੈਗੀ ਹੈ ਉਹ ਦੁਬਾਰਾ ਫੇਰ ਵਿਧਾਨ ਸਭਾ ਦੀਆਂ ਸੀਟਾਂ ਲੜ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਫੇਰ ਬਦਲ ਆਉਣ ਵਾਲੇ ਦਿਨਾਂ ਦੇ ਵਿੱਚ 22 ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ। ਸੋ ਹੁਣ ਫਿਲਹਾਲ ਜਦੋਂ ਆਪਾਂ ਪ੍ਰਨੀਤ ਕੌਰ ਜੀ ਦੀ ਸੀਟ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਇਹਦੇ ਵਿੱਚ ਲਾਜ਼ਮੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਪ੍ਰਨੀਤ ਕੌਰ ਜੀ ਨੇ ਫੈਸਲਾ ਲੈ ਚੁੱਕੇ ਨੇ ਉਹ, ਔਰ ਆਪਣੇ ਪਤੀ ਦੀ ਪਾਰਟੀ ਦੇ ਨਾਲ ਖੜਨ ਦਾ ਜੋ ਵੱਡਾ ਫੈਸਲਾ ਲਿਆ ਹੈ, ਔਰ ਉੱਥੋਂ ਲੱਗਦਾ ਹੈ ਕਿ ਜਲਦੀ ਇਹ ਸੀਟ ਜਿਹੜੀ ਹੈਗੀ ਹੈ ਖਾਲੀ ਹੋਏਗੀ। ਔਰ ਇੱਥੇ ਕਾਂਗਰਸ ਪਾਰਟੀ ਕਿਹਨੂੰ ਨਵਾਂ ਚਿਹਰਾ ਬਣਾਉਂਦੀ ਹੈ ਔਰ ਅਕਾਲੀ ਦਲ ਕਿਹਨੂੰ ਬਣਾਉਂਦਾ ਹੈ। ਇਸੇ ਤਰ੍ਹਾਂ ਜੇ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਪਾਰਟੀ ਹੈ ਉਸ ਦੇ ਰਾਹੀਂ ਵੀ ਪ੍ਰਨੀਤ ਕੌਰ ਜੀ ਨੂੰ ਦੁਬਾਰਾ ਸੀਟ ਦੇ ਉੱਤੇ ਖੜਾ ਕੀਤਾ ਜਾ ਸਕਦਾ ਹੈ। ਸੋ ਕਹਿਣ ਦੀਆਂ ਸੰਭਾਵਨਾਵਾਂ, ਕਹਿਣ ਦਾ ਭਾਵ ਹੈ ਕਿ ਕਾਫੀ ਸੰਭਾਵਨਾਵਾਂ ਇਸ ਵੇਲੇ ਨਵੀਆਂ ਨਜ਼ਰ ਆ ਰਹੀਆਂ ਨੇ, ਸੁਖਵਿੰਦਰ ਜੀ। ਬਿਲਕੁਲ ਡਾਕਟਰ ਸਾਹਿਬ, ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਕੱਲ ਜਦੋਂ ਖੱਟੜ ਦੇ ਨਾਲ ਮਿਲ ਕੇ ਆਏ ਤਾਂ ਉੱਥੇ ਉਹਨਾਂ ਨੇ ਸਾਫ਼ ਤੌਰ ਤੇ ਐਲਾਨ ਕਰਤਾ, ਕਹਿੰਦਾ ਕਿ ਹੁਣ ਜਿਹੜਾ ਹੈਗਾ ਬੀਜੇਪੀ ਅਤੇ ਢੀਂਡਸਾ ਗਰੁੱਪ ਦੇ ਨਾਲ ਮਿਲ ਕੇ ਜਿਹੜੀ ਸਰਕਾਰ ਬਣਾਈ ਜਾਊਗੀ। ਤਾਂ ਉਧਰ ਭਾਜਪਾ ਪੰਜਾਬ ਦੇ ਜਿਹੜੇ ਪ੍ਰਧਾਨ ਜਿਹੜੇ ਅਸ਼ਵਨੀ ਕੁਮਾਰ ਨੇ, ਉਹਨਾਂ ਦੇ ਵੱਲੋਂ ਵੀ ਇਹ ਸਾਫ਼ ਕਰ ਦਿੱਤਾ ਗਿਆ ਇੱਕ ਤਰੀਕੇ ਨਾਲ ਬੀਜੇਪੀ ਉਹਦੇ ਹੱਕ ਦੇ ਵਿੱਚ ਖੜੀ ਦਿਖਾਈ ਦੇ ਰਹੀ ਹੈ ਕਿ ਉਹ ਕਹਿੰਦੇ ਆ ਕਿ ਜਿਹੜੇ ਵਾਅਦੇ ਪੂਰੇ ਨਹੀਂ ਹੋਵੇ ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਨਹੀਂ ਨੇ, ਉਹਦੇ ਲਈ ਪਾਰਟੀ ਜ਼ਿੰਮੇਵਾਰ ਹੈ। ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਬਿਆਨ ਦੇਣਾ ਕਿ ਭਾਜਪਾ ਤੇ ਢੀਂਡਸਾ ਗਰੁੱਪ ਦੇ ਨਾਲ ਮਿਲ ਕੇ
ਜਿਹੜੀਆਂ ਚੋਣਾਂ ਲੜਾਂਗੇ ਤੇ ਸਰਕਾਰ ਬਣਾਵਾਂਗੇ, ਤੇ ਦੂਜੇ ਪਾਸੇ ਭਾਜਪਾ ਜਿਹੜੀ ਹੈ ਉਹ ਸਾਫ਼ ਤੌਰ ਤੇ ਕੈਪਟਨ ਦੀ ਪਿੱਠ ਤੇ ਖੜਦੀ ਹੋਈ ਨਜ਼ਰ ਆ ਰਹੀ ਹੈ। ਕਿਵੇਂ ਦੇਖਦੇ ਹੋ ਕਿ ਗਠਜੋੜ ਜੀ ਜੀ। ਬੇਸ਼ੱਕ ਐਲਾਨ ਹੋਣਾ ਬਾਕੀ ਹੈ, ਅੰਦਰੋਂ ਅੰਦਰ ਹੀ ਮੰਨਿਆ ਜਾ ਰਿਹਾ ਪੂਰਾ? ਸੁਖਵਿੰਦਰ ਜੀ, ਪੰਜਾਬੀ ਦੀ ਕਹਾਵਤ ਹੈ ਕਿ ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਹੁਣ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ, ਖਾਸ ਤੌਰ ਤੇ 1 ਸਾਲ ਤੋਂ ਆਪਾਂ ਪਿੱਛੇ ਦੇਖਦੇ ਹਾਂ ਔਰ ਬੀਜੇਪੀ ਦੀ ਹਾਲਤ ਦੇਖਦੇ ਹਾਂ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ, ਤਾਂ ਉਹਦੇ ਵਿੱਚ ਕਾਫੀ ਸੰਕਟ ਬੀਜੇਪੀ ਨੂੰ ਸਾਹਮਣੇ ਕਰਨਾ ਪਿਆ। ਔਰ ਉਹਨਾਂ ਦੇ ਵੱਖ-ਵੱਖ, ਚਾਹੇ ਐਮਐਲਏ ਸਾਹਿਬਾਨ ਹੋਣ, ਚਾਹੇ ਐਮਪੀ ਸਾਹਿਬਾਨ ਹੋਣ, ਜਾਂ ਹੋਰ ਵੱਡੇ ਛੋਟੇ ਲੀਡਰ ਹੋਣ, ਉਹਨਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵਿਰੋਧ ਹੋਇਆ ਸੀਗਾ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਹੋਇਆ, ਇਸੇ ਤਰ੍ਹਾਂ ਰਾਜਸਥਾਨ, ਯੂਪੀ, ਉੱਤਰਾਖੰਡ, ਤੁਸੀਂ ਦੇਖੋਗੇ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਜਿੱਥੇ ਕਿਸਾਨੀ ਜਿਹੜੀ ਹੈਗੀ ਹੈ ਜ਼ਿਆਦਾ ਤੌਰ ਤੇ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਸੀਗੀ, ਤਾਂ ਉੱਥੇ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੁੰਦਾ ਨਜ਼ਰ ਆਇਆ ਸੀਗਾ। ਸੋ ਉਸੇ ਨੁਕਸਾਨ ਨੂੰ ਬਚਾਉਣ ਦੇ ਲਈ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਦਾ ਜਿਵੇਂ ਬਿਆਨ ਆਇਆ ਹੈ, ਅਸ਼ਵਨੀ ਸ਼ਰਮਾ ਜੀ ਦਾ ਬਿਆਨ ਆਇਆ ਹੈ, ਤਾਂ ਇੱਕ ਬੜਾ ਮਹੱਤਵਪੂਰਨ ਬਿਆਨ ਹੈ। ਔਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ, ਖਾਸ ਤੌਰ ਤੇ ਕੈਪਟਨ ਸਾਹਿਬ ਦੇ ਨਾਲ ਉਹਨਾਂ ਦੀ ਪਿੱਠ ਤੇ ਖੜੇ ਨਜ਼ਰ ਆਏ ਨੇ। ਸੋ ਜੇਕਰ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਬੀਜੇਪੀ ਨਾਲ ਪੰਜਾਬ ਦੇ ਵਿੱਚ ਚੋਣ ਲੜਾਂਗਾ, ਉਹਨਾਂ ਨਾਲ ਮਿਲ ਕੇ ਚੋਣ ਲੜਾਂਗਾ, ਔਰ ਇਸੇ ਤਰ੍ਹਾਂ ਢੀਂਡਸਾ ਸਾਹਿਬ ਦੇ ਗਰੁੱਪ ਨੂੰ ਉਹਨਾਂ ਨੇ ਕਿਹਾ, ਉਹਨਾਂ ਦੀ ਪਾਰਟੀ ਨੂੰ ਵੀ ਉਹਨਾਂ ਨੇ ਕਿਹਾ ਕਿ ਨਾਲ ਅਸੀਂ ਰੱਖਾਂਗੇ, ਤਾਂ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਹੌਲੀ ਹੌਲੀ ਹੋ ਸਕਦਾ ਹੈ ਕਿ ਕੁਝ ਹੋਰ ਪਾਰਟੀਆਂ, ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਕੋਈ ਹਜੇ ਬਹੁਤਾ ਵਜੂਦ ਪੰਜਾਬ ਦੇ ਵਿੱਚ ਨਹੀਂ ਹੈ, ਉਹ ਵੀ ਪਾਰਟੀਆਂ ਇਸ ਪੂਰੇ ਗਰੁੱਪ ਦੇ ਨਾਲ ਮਿਲ ਜਾਣ, ਯਾਨੀ ਕਿ ਇੱਕ ਥਰਡ ਫਰੰਟ ਜਿਹੜਾ ਹੈਗਾ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਖੜਾ ਹੋਵੇ। ਸੋ ਉਮੀਦ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਬੀਜੇਪੀ ਨਾਲ ਮਿਲ ਕੇ ਔਰ ਢੀਂਡਸਾ ਜੀ ਦੀ ਪਾਰਟੀ ਦੇ ਨਾਲ ਮਿਲ ਕੇ ਕੋਈ ਨਵਾਂ ਆਪਣਾ ਫਰੰਟ ਬਣਾ ਸਕਦੇ ਨੇ। ਇਸ ਤਰ੍ਹਾਂ ਦੀਆਂ ਕਾਫੀ ਸੰਭਾਵਨਾਵਾਂ ਇਸ ਬਿਆਨ ਤੋਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ, ਅਗਲੀ ਖਬਰ ਤੇ ਜੇਕਰ ਆਪਾਂ ਗੱਲਬਾਤ ਕਰੀਏ, ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਆਪਦੇ ਭਰਾ ਦੇ ਲਈ ਟਿਕਟ ਮੰਗਦੇ ਹੋਏ ਨਜ਼ਰ ਆ ਰਹੇ ਨੇ। ਸਰਵੇ ਤੋਂ ਪਤਾ ਲੱਗਿਆ ਕਿ ਉਹ ਸਰਵੇ ਦੇ ਵਿੱਚ ਕਾਂਗਰਸ ਦੇ ਵੱਲੋਂ ਬੱਸੀ ਪਠਾਣਾ ਤੋਂ ਜਿਹੜੀ ਟਿਕਟ ਦਾ ਸਰਵੇ ਚੱਲ ਰਿਹਾ ਹੈ, ਕਹਿੰਦੇ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਦਾ ਨਾਮ ਵੀ ਸ਼ਾਮਲ ਕੀਤਾ ਹੈ। ਤਾਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਬੜੀਆਂ ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਭਾਈ ਬਾਦਲ ਪਰਿਵਾਰ ਇੱਕ ਪਰਿਵਾਰ ਦੀ ਪਾਰਟੀ ਹੈ, ਜਦੋਂ ਫਿਰ ਤੁਸੀਂ ਆਪ ਵੀ ਥੋੜਾ ਪਾਵਰ ਦੇ ਵਿੱਚ ਆ ਜਾਂਦੇ ਹੋ ਤੇ ਤੁਹਾਨੂੰ ਵੀ ਐਂ ਲੱਗਣ ਲੱਗ ਜਾਂਦਾ ਕਿ ਮੇਰੇ ਨਾਲ ਮੇਰੇ ਜਵਾਕ, ਮੇਰੀ ਘਰ ਵਾਲੀ ਜਾਂ ਮੇਰੇ ਭਰਾ ਫਿੱਟ ਹੋ ਜਾਣ। ਤਾਂ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਆ, ਹੁਣ ਜਿਹੜੇ ਕਹਿੰਦੇ ਕਿ ਮੈਂ ਦਲਿਤਾਂ ਦਾ ਮਸੀਹਾ ਵਾਂ, ਤਾਂ ਉਹ ਫਿਰ ਕਿਸੇ ਹੋਰ ਦਲਿਤ ਨੂੰ ਜਾਂ ਫਿਰ ਕਿਸੇ ਹੋਰ ਜਿਹੜੇ ਵਰਗ ਦੇ ਲੋਕਾਂ ਨੂੰ ਟਿਕਟਾਂ ਲਈ ਅੱਗੇ ਲੈ ਕੇ ਆਉਣ ਨਾ, ਬਜਾਏ ਇਸ ਪਰਿਵਾਰ ਦੇ। ਕਿਵੇਂ ਦੇਖਦੇ ਹੋ ਡਾਕਟਰ ਸਾਹਿਬ, ਆਪਣੇ ਪਰਿਵਾਰ ਨੂੰ ਟਿਕਟਾਂ ਦੇਈ ਜਾਣੀਆਂ ਇਹ ਕਿੰਨਾ ਕੁ ਜਾਇਜ਼ ਹੈ? ਸੁਖਵਿੰਦਰ ਜੀ, ਇਕੱਲੇ ਪੰਜਾਬ ਦੀ ਗੱਲ ਨਹੀਂ, ਆਪਾਂ ਜਦੋਂ ਕਾਂਗਰਸ ਪਾਰਟੀ ਦੀ ਵੱਖ-ਵੱਖ ਸਟੇਟਾਂ ਦੇ ਵਿੱਚ ਮੌਜੂਦਾ ਸਥਿਤੀ ਨੂੰ ਵੇਖਦੇ ਹਾਂ ਤਾਂ ਇਹਦੇ ਵਿੱਚ ਬਹੁਤ ਵੱਡੇ ਸੰਕਟ ਇਸ ਵੇਲੇ ਦਿਖਾਈ ਦੇ ਰਹੇ ਨੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਮੇਘਾਲਿਆ ਦੀ ਗੱਲ ਕੀਤੀ ਸੀ ਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਉੱਥੋਂ ਦੇ ਐਮਐਲਏ ਮਮਤਾ ਜੀ ਦੀ ਪਾਰਟੀ ਦੇ ਵਿੱਚ ਸ਼ਿਫਟ ਹੋ ਗਏ ਸੀਗੇ। ਇਸੇ ਤਰ੍ਹਾਂ ਗੋਆ ਨੂੰ ਲੈ ਲਓ, ਇਸੇ ਤਰ੍ਹਾਂ ਅਸਾਮ ਨੂੰ ਲੈ ਲਓ, ਕਿਵੇਂ ਇੱਕ ਇੱਕ ਕਰਕੇ ਸਟੇਟਾਂ ਜਿਹੜੀਆਂ ਨੇ ਖਾਲੀ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇਸੇ ਤਰ੍ਹਾਂ ਬੰਗਾਲ ਨੂੰ ਲੈ ਲਓ, ਕਿਸੇ ਵੇਲੇ ਬੰਗਾਲ ਦੇ ਵਿੱਚ ਕਾਂਗਰਸ ਦਾ ਜਿਹੜਾ ਹੈਗਾ ਝੰਡੇ ਝੂਲਦੇ ਸੀਗੇ ਔਰ ਲੰਬੇ ਸਮੇਂ ਤੋਂ ਰਾਜ ਕਰਦੀ ਆ ਰਹੀ ਸੀ। ਉਸ ਸੱਤਾ ਨੂੰ ਚੈਲੰਜ ਕੀਤਾ ਮਮਤਾ ਜੀ ਦੀ ਪਾਰਟੀ ਨੇ। ਸੋ ਉੱਥੇ ਵੀ ਜਿਹੜਾ ਹੈਗਾ ਸੁਪੜਾ ਸਾਫ਼ ਹੋਇਆ। ਇਸੇ ਤਰ੍ਹਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਬਿਆਨ ਪ੍ਰਿੰਕਾ ਗਾਂਧੀ ਜੀ ਦਾ ਵੇਖਦੇ ਹਾਂ, ਜਦੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਕੱਲੇ ਤੌਰ ਤੇ ਕਾਂਗਰਸ ਜਿਹੜੀ ਹੈਗੀ ਯੂਪੀ ਦੇ ਵਿੱਚ ਚੋਣ ਲੜੇਗੀ ਔਰ ਅਖਿਲੇਸ਼ ਯਾਦਵ ਹੋਰਾਂ ਦੀ ਪਾਰਟੀ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ ਦਿੱਤਾ ਸੀਗਾ, ਤਾਂ ਉੱਥੋਂ ਵੀ ਇੱਕ ਮੈਨੂੰ ਲੱਗਦਾ ਹੈ ਕਿ ਬਹੁਤ ਨਾਦਾਨੀ ਜਿਹੜੀ ਹੈਗੀ ਹੈ ਸਿਆਸਤ ਦੇ ਵਿੱਚ ਉਹਨਾਂ ਦੀ ਨਜ਼ਰ ਆ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਕਿੱਥੇ ਤਾਂ ਬੀਜੇਪੀ ਨੂੰ ਇਸ ਵੇਲੇ ਹਰਾਉਣ ਦੇ ਲਈ ਸਭ ਨੂੰ ਇਕੱਠੇ ਹੋਣਾ ਚਾਹੀਦਾ ਸੀਗਾ, ਔਰ ਇਹ ਕੀ ਹੋ ਰਿਹਾ ਕਿ ਇਸ ਵੇਲੇ ਜਿਹੜੀ ਕਾਂਗਰਸ ਹੈ ਔਰ ਜਿਹਨੂੰ ਲੱਗਦਾ ਹੈ ਕਿ ਅਸੀਂ ਬੀਜੇਪੀ ਦਾ ਮੁਕਾਬਲਾ ਕਰ ਸਕਦੇ ਹਾਂ, ਤਾਂ ਉਹ ਜਿਹੜੇ ਹੈਗੇ ਨੇ ਆਪਣੇ ਤੌਰ ਤੇ ਉਹਨਾਂ ਦੇ ਜਿਹੜੇ ਬੰਦੇ ਨੇ, ਉਹਨਾਂ ਦੇ ਐਮਐਲਏ ਨੇ, ਵੱਡੇ ਲੀਡਰ ਨੇ, ਉਹ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵਿੱਚ ਸ਼ਿਫਟ ਹੋ ਰਹੇ ਨੇ। ਚਾਹੇ ਉਹ ਬੀਜੇਪੀ ਦੇ ਵਿੱਚ ਕੁਝ ਜਾ ਰਹੇ ਨੇ, ਕੋਈ ਤ੍ਰਿਣਮੂਲ ਕਾਂਗਰਸ ਦੇ ਵਿੱਚ ਜਾ ਰਹੇ ਨੇ, ਕੋਈ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਿਫਟ ਹੋ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਸ ਸਾਰੀ ਚੀਜ਼ ਨੂੰ ਇਸ ਕਰਕੇ ਇਹ ਜਿਹੜਾ ਵੱਡਾ ਸੰਕਟ ਭੋਗਣਾ ਪੈ ਰਿਹਾ ਹੈ, ਇਹਦਾ ਵੱਡਾ ਰੀਜ਼ਨ ਆਪਾਂ ਇਸ ਵਾਲੇ ਕਹਿ ਸਕਦੇ ਹਾਂ ਕਿ ਇਸ ਪਾਰਟੀ ਦਾ ਪਰਿਵਾਰਵਾਦ ਹੈ। ਔਰ ਤੁਸੀਂ ਦੇਖੋ ਕਿ ਮੋਤੀ ਲਾਲ ਨਹਿਰੂ ਤੋਂ ਲੈ ਕੇ ਔਰ ਜਵਾਹਰ ਲਾਲ ਨਹਿਰੂ
और उन्हां तो बाद श्रीमती इंदिरा गांधी जी, फिर राजीव गांधी जी, फिर सोनिया गांधी जी, राहुल गांधी जी, प्रियंका गांधी जी, यानी कि ਇੱਕੋ ਪਰਿਵਾਰਵਾਦ ਦਾ ਜਿਹੜਾ ਹੈਗਾ ਸਾਨੂੰ ਝਲਕਾਰਾ ਇਸ ਪਾਰਟੀ ਦੇ ਵਿੱਚ ਦਿਖਾਈ ਦੇ ਰਿਹਾ ਹੈ। ਔਰ ਇਹੀ ਗੱਲ ਜੇਕਰ ਪੰਜਾਬ ਦੇ ਵਿੱਚ ਲਾਗੂ ਹੁੰਦੀ ਹੈ, ਜੇਕਰ ਪਰਿਵਾਰਵਾਦ ਪੰਜਾਬ ਦੇ ਵਿੱਚ ਭਾਰੂ ਹੁੰਦਾ ਹੈ, ਤਾਂ ਇਹਦਾ ਨੁਕਸਾਨ ਵੀ ਜਿਵੇਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਪਾਰਟੀ ਨੂੰ ਹਟਾਉਣਾ ਪਿਆ। ਔਰ ਪਰਿਵਾਰਵਾਦ ਕਰਕੇ ਆਪਾਂ ਨੇ ਦੇਖਿਆ ਹੈ ਕਿ ਵੱਡੇ ਵੱਡੇ ਲੀਡਰ ਇਹਨਾਂ ਨੂੰ ਛੱਡਦੇ ਨਜ਼ਰ ਆ ਰਹੇ ਨੇ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਜੇਕਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਲਾਗੂ ਹੁੰਦੀਆਂ ਨੇ, ਪਰਿਵਾਰਵਾਦ ਦੀ ਜਿਹੜੀ ਰਾਜਨੀਤੀ ਭਾਰੂ ਹੁੰਦੀ ਹੈ, ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੇ ਨੁਕਸਾਨ ਹੋ ਸਕਦੇ ਨੇ। ਸੋ ਇਸ ਕਰਕੇ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਜੋ ਫਾਰਮੂਲਾ ਉਹੀ ਗੱਲ ਹੈ ਨਾ, ਫਿਰ ਜਦੋਂ ਬੰਦਾ ਕੋਈ ਪਹੁੰਚ ਜਾਂਦਾ ਉੱਪਰਲੀ ਕੁਰਸੀ ਤੇ, ਜਦੋਂ ਬੰਦਾ ਪਹੁੰਚ ਜਾਂਦਾ ਫਿਰ ਉਹਦੇ ਵਿਚਾਰ ਜਿਹੜੇ ਉਹ ਬਦਲ ਜਾਂਦੇ ਨੇ। ਤਾਂ ਫਿਰ ਜਿੱਥੇ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਕਿਸੇ ਹੋਰ ਵਰਗ ਦੇ ਲਈ ਕੰਮ ਕਰਨ ਦੀ ਲੋੜ ਹੈ, ਉੱਥੇ ਪਰਿਵਾਰ ਨੂੰ ਉੱਪਰ ਚੱਕਣ ਦੀ ਕੀ ਲੋੜ ਹੈ? ਕਿਉਂਕਿ ਤੁਸੀਂ ਆਲਰੇਡੀ ਇੱਕ ਵੱਡੀ ਕੁਰਸੀ ਤੇ ਬੈਠੇ ਹੋਏ ਹੋ, ਆਲਰੇਡੀ ਇੱਕ ਵੱਡੀ ਕੁਰਸੀ ਤੇ ਬਿਰਾਜਮਾਨ ਹੋ। ਤਾਂ ਫਿਰ ਤੁਸੀਂ ਬਾਦਲ ਪਰਿਵਾਰ ਦੀਆਂ ਰਾਹਾਂ ਤੇ, ਤੁਹਾਡੀ ਆਪਣੀ ਹਾਈ ਕਮਾਂਡ ਦੇ ਰਾਹਾਂ ਤੇ ਤੁਸੀਂ ਤੁਰ ਪਏ ਹੋ। ਫਿਰ ਤੁਹਾਡਾ ਵੱਖਰਾ ਕੀ ਰਹਿ ਗਿਆ? ਜਦ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਇੱਕੋ ਹੀ ਟਿਕਟ ਤੇ ਅੜੇ ਹੋਏ ਨੇ। ਉਹ ਹਾਲੇ ਵੀ ਇਹੀ ਗੱਲ ਕਹਿ ਰਹੇ ਨੇ ਕਿ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਹੋਣੀ ਚਾਹੀਦੀ ਹੈ, ਇੱਕ ਪਰਿਵਾਰ ਨੂੰ ਇੱਕ ਹੀ ਜਿਹੜਾ ਅਹੁਦਾ ਮਿਲਣਾ ਚਾਹੀਦਾ। ਉਹਨਾਂ ਨੇ ਆਪਣੇ ਬੇਟੇ ਅਤੇ ਆਪਣੀ ਧਰਮ ਪਤਨੀ ਦਾ ਅਹੁਦਾ ਛੱਡਿਆ। ਤਾਂ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜਿਹੜੇ ਆ, ਇਹ ਕਿਹੜੇ ਰਾਹ ਪੈ ਗਏ? ਜੀ ਦੇਖੋ, ਇਸ ਤੋਂ ਪਹਿਲਾਂ ਵੀ ਆਪਾਂ ਨੇ ਦੇਖਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਕਾਫੀ ਜਿਹੜੀਆਂ ਸੀ ਉਸ ਵੇਲੇ ਵੀ, ਹਾਂ, ਕੈਪਟਨ ਅਮਰਿੰਦਰ ਸਿੰਘ ਹੋਏ, ਕਈ ਪਰਿਵਾਰ ਨੇ ਜਿਹੜੇ ਕਿ ਲਗਾਤਾਰ ਆਪਣੇ ਇਸੇ ਤਰ੍ਹਾਂ ਦੇ ਜਿਹੜੇ ਨੇ ਧੀਆਂ ਪੁੱਤਰਾਂ ਨੂੰ ਜਾਂ ਹੋਰ ਰਿਸ਼ਤੇਦਾਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਭੈਣ ਭਰਾਵਾਂ ਨੂੰ ਕੋਸ਼ਿਸ਼ ਕਰ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਸੇ ਚੀਜ਼ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਸ ਨੂੰ ਬਚਾਉਣ ਦੀ ਲੋੜ ਹੈ। ਔਰ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਹੈ, ਤੁਹਾਨੂੰ ਇਸ ਵੇਲੇ ਐਗਜ਼ਾਮਪਲ ਸੈੱਟ ਕਰਨ ਦੀ ਲੋੜ ਹੈ, ਔਰ ਉਹ ਐਗਜ਼ਾਮਪਲ ਸੈੱਟ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਔਰ ਜਿਵੇਂ ਪਿਛਲੇ ਵਾਰੀ ਵੀ ਉਹਨਾਂ ਨੂੰ ਆਫਰ ਸੀਗੀ ਔਰ ਇਹ ਕਿਹਾ ਗਿਆ ਸੀਗਾ ਕਿ ਇੱਕ ਪਾਰਟੀ ਦੇ ਵਿੱਚੋਂ ਇੱਕੋ ਹੀ ਬੰਦਾ ਜਿਹੜਾ ਮੈਂਬਰ ਜਿਹੜਾ ਹੈਗਾ ਉਹ ਚੋਣ ਲੜ ਸਕਦਾ ਹੈ। ਸੋ ਇਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹਦੇ ਉੱਤੇ ਕੰਮ ਹੋਣਾ ਚਾਹੀਦਾ ਹੈ। ਔਰ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਜਾਂ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਉਹਨੂੰ ਇਸ ਵੇਲੇ ਸੋਚਣ ਦੀ ਲੋੜ ਹੈ। ਉਹ ਇਸ ਤਰ੍ਹਾਂ ਦੇ ਦਬਾਅ ਦੇ ਵਿੱਚ ਨਾ ਆਵੇ। ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜਿੱਥੇ ਕਾਂਗਰਸ ਦਾ ਨੁਕਸਾਨ ਹੋਏਗਾ, ਉੱਥੇ ਮੈਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਨੂੰ ਇਦਾਂ ਦਾ ਜਿਹੜਾ ਹੈਗਾ ਆਪਣਾ ਅਕਸ ਜਿਹੜਾ ਹੈਗਾ ਉਹ ਵਧੀਆ ਬਣਾਉਣ ਦੀ ਲੋੜ ਹੈ। ਚੰਗਾ ਅਕਸ ਹੋਏਗਾ ਤਾਂ ਹੀ ਉਹ ਦੁਬਾਰਾ ਫੇਰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਆ ਸਕਦੇ ਨੇ। ਪਰ ਜੇਕਰ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਉੱਠਣੀਆਂ ਸ਼ੁਰੂ ਹੋ ਗਈਆਂ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਚੰਨੀ ਸਾਹਿਬ ਦੇ ਅਕਸ ਦਾ ਜਿਹੜਾ ਹੈਗਾ ਉਹਦੇ ਗ੍ਰਾਫ ਵੀ ਗਿਰ ਸਕਦਾ ਹੈ। ਸੋ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਪ੍ਰਧਾਨ ਸਾਹਿਬ ਨੂੰ ਔਰ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਇੰਟਰਵੀਨ ਕਰਨਾ ਚਾਹੀਦਾ ਹੈ ਔਰ ਇੱਕ ਫੈਸਲਾ ਲੈਣਾ ਚਾਹੀਦਾ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਬੰਦੇ ਨੂੰ ਹੀ ਸੀਟ ਮਿਲੇਗੀ। ਸੋ ਸਖਤ ਫੈਸਲਾ ਹੋਏਗਾ, ਪਰ ਇਹਦੇ ਨਾਲ ਕਈ ਬੰਦੇ ਹੋ ਸਕਦਾ ਹੈ ਕਿ ਨਾਰਾਜ਼ ਹੋ ਜਾਣ, ਪਰ ਇਸ ਨਾਰਾਜ਼ਗੀ ਤੋਂ ਜਿਹੜਾ ਹੈਗਾ ਉੱਪਰ ਉੱਠਣ ਦੀ ਲੋੜ ਹੈ ਔਰ ਪਾਰਟੀ ਨੂੰ ਬਚਾਉਣ ਦੀ ਲੋੜ ਹੈ ਔਰ ਪਾਰਟੀ ਦੇ ਸ਼ਾਖ ਨੂੰ ਬਚਾਉਣ ਦੀ ਲੋੜ ਹੈ। ਸੋ ਇਸ ਕਰਕੇ ਉਮੀਦ ਕਰਨੀ ਬਣਦੀ ਹੈ ਨਵਜੋਤ ਸਿੰਘ ਸਿੱਧੂ ਤੋਂ ਔਰ ਹਾਈ ਕਮਾਂਡ ਤੋਂ ਕਿ ਉਹ ਇਸ ਗੱਲ ਨੂੰ ਮੰਨਣਗੀ ਔਰ ਇੱਕ ਬਕਾਇਦਾ ਤੌਰ ਤੇ ਕਾਨੂੰਨ ਬਣਾ ਕੇ, ਨਿਯਮ ਬਣਾ ਕੇ, ਅਸੂਲ ਬਣਾ ਕੇ ਇੱਕ ਪਾਰਟੀ ਜਿਹੜੀ ਹੈਗੀ ਹੈ, ਇੱਕ ਅਹੁਦਾ, ਇੱਕ ਮੈਂਬਰ, ਇੱਕ ਬੰਦਾ, ਇੱਕ ਲੀਡਰ, ਯਾਨੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਨਾ ਪਏਗਾ, ਜ਼ਮੀਨੀ ਪੱਧਰ ਤੇ ਲਾਗੂ ਕਰਨਾ ਪਏਗਾ। ਫਿਰ ਤਾਂ 22 ਦੇ ਵਿੱਚ ਸੰਭਾਵਨਾ ਹੋ ਸਕਦੀ ਹੈ। ਨਹੀਂ ਤਾਂ ਜੇਕਰ ਇਦਾਂ ਦਾ ਖਿਲਾਰਾ ਪੈ ਗਿਆ ਤਾਂ ਲਾਜ਼ਮੀ ਤੌਰ ਤੇ ਉਹਦਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਹੋ ਸਕਦਾ ਹੈ। ਸੁਖਵਿੰਦਰ ਜੀ, ਤਾਂ ਉਧਰ ਅਕਾਲੀ ਦਲ ਇੱਕ ਵਾਰ ਫਿਰ ਮੁਸ਼ਕਲਾਂ ਦੇ ਵਿੱਚ ਘਿਰਦਾ ਜਾ ਰਿਹਾ। ਡਾਕਟਰ ਸਾਹਿਬ, ਫਿਰੋਜ਼ਪੁਰ ਸ਼ਹਿਰੀ ਦੀ ਟਿਕਟ ਜਿੱਥੇ ਅਨਾਉਂਸ ਕੀਤੀ ਵੋਹਰਾ ਨੂੰ, ਤਾਂ ਉਸ ਤੋਂ ਬਾਅਦ ਉੱਥੋਂ ਦੇ ਫਿਰੋਜ਼ਪੁਰ ਦੇ ਆਗੂਆਂ ਦੇ ਵੱਲੋਂ ਅਸਤੀਫਿਆਂ ਦੀ ਝੜੀ ਲਾ ਦਿੱਤੀ ਗਈ ਹੈ। ਸੁਖਬੀਰ ਬਾਦਲ ਨੂੰ ਜਿਹੜੇ ਅਸਤੀਫੇ ਭੇਜ ਦਿੱਤੇ ਗਏ ਨੇ। ਕਿਵੇਂ ਦੇਖਦੇ ਹੋ ਟਿਕਟਾਂ ਦੀ ਵੰਡ ਨੂੰ ਲੈ ਕੇ ਜਿਹੜੀਆਂ ਪਾਰਟੀਆਂ ਦੇ ਅੰਦਰ ਇਹ ਵਿਰੋਧਤਾ ਚੱਲ ਰਹੀ ਹੈ? ਠੀਕ ਹੈ, ਅਕਾਲੀ ਦਲ ਨੇ ਆਪਣੇ 90 ਦੇ ਕਰੀਬ ਜਿਹੜੇ ਆ ਉਹ ਉਮੀਦਵਾਰ ਐਲਾਨ ਦਿੱਤੇ ਨੇ, ਸਿਰਫ ਉਹਨਾਂ ਦੇ 7 ਰਹਿ ਗਏ ਕਿਉਂਕਿ 20 ਸੀਟਾਂ ਜਿਹੜੀਆਂ ਨੇ ਉਹ ਬੀਐਸਪੀ ਨੇ ਐਲਾਨਣੀਆਂ ਨੇ। ਤਾਂ ਇਹਨਾਂ ਬਗਾਵਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਪਹਿਲਾਂ ਬੜੇ ਵੱਡੇ ਸੰਕਟ ਦੇ ਵਿੱਚੋਂ ਨਿਕਲ ਕੇ ਇੱਕ ਵਾਰ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਦੁਬਾਰਾ ਇਸ ਤਰੀਕੇ ਦੇ ਨਾਲ ਜੇ ਅਸਤੀਫਿਆਂ ਦੀਆਂ ਝੜੀਆਂ ਲੱਗਣਗੀਆਂ ਤਾਂ ਫਿਰ ਦੁਬਾਰਾ ਅਕਾਲੀ ਦਲ ਫਿਰ ਲੜਖੜਾ ਸਕਦਾ ਹੈ? ਜੀ ਦੇਖੋ, ਇਸ ਤੋਂ ਪਹਿਲਾਂ ਵੀ ਜਦੋਂ ਟਿਕਟਾਂ ਵੱਡੀਆਂ ਜਾ ਰਹੀਆਂ ਸੀਗੀਆਂ ਅਕਾਲੀ ਦਲ ਵੱਲੋਂ, ਉਦੋਂ ਵੀ ਕਾਫੀ ਦਿੱਕਤਾਂ ਆਈਆਂ ਸੀਗੀਆਂ ਔਰ ਤੁਹਾਨੂੰ ਯਾਦ ਹੋਏਗਾ ਕਿ ਮਲੂਕਾ ਸਾਹਿਬ ਨੇ ਜਦੋਂ ਰੋਸ ਪ੍ਰਗਟ ਕੀਤਾ ਸੀਗਾ, ਪਰ ਕਾਫੀ ਬਹੁਤ ਦਬਾਅ ਨਾਲ ਜਾਂ ਬਹੁਤ
ਕੋਸ਼ਿਸ਼ਾਂ ਕਰਕੇ ਮਲੂਕਾ ਸਾਹਿਬ ਨੂੰ ਬਣਾਇਆ ਗਿਆ ਸੀਗਾ। ਸੋ ਉਸ ਤੋਂ ਬਾਅਦ ਲਗਾਤਾਰ ਫਿਰ ਵੀ ਅੰਦਰ ਖਾਤੇ ਜਿਹੜਾ ਸੀਗਾ ਲਗਾਤਾਰ ਉਹ ਸੁਲਗਦੀਆਂ ਰਹੀਆਂ ਜਿਹੜੀਆਂ ਚੀਜ਼ਾਂ। ਔਰ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਫਿਰੋਜ਼ਪੁਰ ਸੀਟ ਤੋਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲਗਭਗ 3 ਦਰਜਨ ਜਿਹੜੇ ਨੇ ਵੱਡੇ ਅਹੁਦੇਦਾਰ ਉਹ ਅਸਤੀਫਾ ਦੇ ਚੁੱਕੇ ਨੇ ਅਕਾਲੀ ਦਲ ਤੋਂ। ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵਿੱਚੋਂ ਹੋਰ ਵੀ ਬਹੁਤ ਸਾਰੇ ਜਿਹੜੇ ਮੈਂਬਰ ਜਾਂ ਵਲੰਟੀਅਰ ਨੇ ਜਾਂ ਅਹੁਦੇਦਾਰ ਨੇ ਉਹ ਅਸਤੀਫਾ ਦੇ ਸਕਦੇ ਨੇ। ਸੋ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਜਿਹੜਾ ਹੈਗਾ ਕਾਫੀ ਪਹਿਲਾਂ ਹੀ ਬੈਕਫੁੱਟ ਤੇ ਹੈ। ਔਰ ਜੇਕਰ ਇਦਾਂ ਦੀ ਅਸਤੀਫਿਆਂ ਦੀ ਝੜੀ ਲੱਗਦੀ ਹੈ ਤਾਂ ਲਾਜ਼ਮੀ ਤੌਰ ਤੇ ਹੋਰ ਵੀ ਬੈਕਫੁੱਟ ਤੇ ਜਾ ਸਕਦਾ ਹੈ। ਸੋ ਅਕਾਲੀ ਦਲ ਨੂੰ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਆਪਣੇ ਵਲੰਟੀਅਰ ਨੂੰ ਸੁਣਨਾ ਚਾਹੀਦਾ ਹੈ ਜੋ ਉਹਨਾਂ ਦੀ ਆਵਾਜ਼ ਹੈ। ਔਰ ਉਹੀ ਉਹ ਕਹਿ ਰਹੇ ਨੇ ਵਲੰਟੀਅਰ ਕਿ ਸਾਡੇ ਵਿੱਚੋਂ ਹੀ ਜਿਹੜਾ ਵਲੰਟੀਅਰ ਦੇ ਵਿੱਚੋਂ ਹੀ ਟਿਕਟ ਦੇਣੀ ਚਾਹੀਦੀ ਹੈ, ਨਾ ਕਿ ਬਾਹਰਲੇ ਬੰਦਿਆਂ ਨੂੰ ਲਿਆ ਕੇ ਤੁਸੀਂ ਟਿਕਟ ਜਿਹੜੀ ਦੇ ਰਹੇ ਹੋ ਉਹ ਜਿਹੜਾ ਹੈਗਾ ਉਹ ਬਿਲਕੁਲ ਗਲਤ ਹੈ। ਸੋ ਇਸ ਕਰਕੇ ਉਮੀਦ ਕਰਨੀ ਬਣਦੀ ਹੈ ਕਿ ਇਸ ਮਸਲੇ ਨੂੰ ਜਿਵੇਂ ਵੋਹਰਾ ਜੀ ਨੇ ਕਿਹਾ ਹੈ ਕਿ ਮੈਂ ਜਲਦੀ ਮਨਾ ਲਾਂਗਾ, ਇਹਨਾਂ ਨੂੰ ਸੁਲਝਾ ਲਾਂਗੇ ਅਸੀਂ ਮਸਲਾ। ਸੋ ਜੇਕਰ ਇਹ ਨਹੀਂ ਸੁਲਝਦਾ ਤਾਂ ਲਾਜ਼ਮੀ ਤੌਰ ਤੇ ਇਹ ਜਿਹੜੀ ਅੱਗ ਭਖ ਰਹੀ ਹੈ ਤਾਂ ਇਹ ਦੂਜੀਆਂ ਸੀਟਾਂ ਦੇ ਉੱਤੇ ਵੀ ਜਿਹੜੀ ਭਾਰੂ ਹੋ ਸਕਦੀ ਹੈ। ਤੇ ਉਮੀਦ ਕਰਨੀ ਬਣਦੀ ਹੈ ਕਿ ਅਕਾਲੀ ਦਲ ਔਰ ਸੁਖਬੀਰ ਬਾਦਲ ਜੀ ਇਸ ਸਾਰੀ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੀਆਂ ਜਦੋਂ ਸੀਟਾਂ ਹੋਰ ਵੀ ਵੰਡੀਆਂ ਜਾਣਗੀਆਂ ਤਾਂ ਇਦਾਂ ਦੀਆਂ ਹਰ ਪਾਰਟੀ ਦੇ ਵਿੱਚ ਸੰਭਾਵਨਾਵਾਂ ਹੁੰਦੀਆਂ ਨੇ। ਪਾਰਟੀਆਂ ਦੇ ਵਿੱਚ ਕੋਈ ਅਸਤੀਫੇ ਦਿੰਦਾ ਹੈ, ਕੋਈ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾਂਦਾ ਹੈ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੇ 2 MLA ਸਾਹਿਬਾਨ ਉਹ ਛੱਡ ਕੇ ਕਾਂਗਰਸ ਦੇ ਵਿੱਚ ਚਲੇ ਗਏ ਸੀਗੇ ਕਿਉਂਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਸਮੱਸਿਆ ਖੜੀ ਹੋ ਗਈ ਸੀ। ਸੋ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਜਦੋਂ ਕਾਂਗਰਸ ਟਿਕਟਾਂ ਵੰਡੇਗੀ ਤਾਂ ਉਹਦੇ ਵਿੱਚ ਵੀ ਆਉਣਗੀਆਂ। ਸੋ ਇੱਕ ਸੁਭਾਵਿਕ ਮਸਲਾ ਹੈ। ਸੋ ਇਸ ਕਰਕੇ ਇਦਾਂ ਦੀਆਂ ਜਿਹੜੀਆਂ ਨੇ ਸੰਭਾਵਨਾਵਾਂ ਆਪਾਂ ਹਰ ਪਾਰਟੀ ਦੇ ਵਿੱਚ ਕਹਿ ਸਕਦੇ ਹਾਂ ਕਿ ਜੇਕਰ ਕਿਸੇ ਨੂੰ ਟਿਕਟ ਨਹੀਂ ਮਿਲਦੀ ਜਾਂ ਕਿਸੇ ਨੂੰ ਮਿਲ ਜਾਂਦੀ ਹੈ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਨੇ ਦੁਫੇੜ ਖੜੇ ਹੋ ਜਾਂਦੇ ਨੇ, ਕਈ ਤਰ੍ਹਾਂ ਦਾ ਕਾਟੋ ਕਲੇਸ਼ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਦਾ ਹੈ। ਸੋ ਇਹੀ ਗੱਲ ਆਪਾਂ ਅਕਾਲੀ ਦਲ ਦੇ ਉੱਤੇ ਲਾਗੂ ਕਰ ਸਕਦੇ ਹਾਂ। ਇਹੀ ਗੱਲ ਅਗਲੇ ਦਿਨਾਂ ਦੇ ਵਿੱਚ ਜਦੋਂ ਬਸਪਾ ਆਪਣੀਆਂ ਇਹਨਾਂ ਨੂੰ ਲੈ ਕੇ ਜਿਹੜੀ ਹੈ ਕਿ ਸੀਟਾਂ ਦੀ ਵੰਡ ਕਰੇਗੀ ਤਾਂ ਉਹਦੇ ਵਿੱਚ ਵੀ ਸਮੱਸਿਆਵਾਂ ਆਉਣਗੀਆਂ। ਇਸੇ ਤਰ੍ਹਾਂ ਜਦੋਂ ਕਾਂਗਰਸ ਸ਼ੁਰੂ ਕਰੇਗੀ ਤਾਂ ਕਾਂਗਰਸ ਦੇ ਵਿੱਚ ਵੀ ਆਉਣਗੀਆਂ। ਸੋ ਇਹ ਇੱਕ ਸੁਭਾਵਿਕ ਔਰ ਕੁਦਰਤੀ ਜਿਹੜਾ ਹੈਗਾ ਵਰਤਾਰਾ ਹੈ। ਸੋ ਇਸ ਕਰਕੇ ਵੋਹਰਾ ਸਾਹਿਬ ਨੂੰ ਵੀ ਚਾਹੀਦਾ ਹੈ ਔਰ ਸੁਖਬੀਰ ਬਾਦਲ ਜੀ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਲੋਕਾਂ ਨੂੰ ਹੀ ਅੱਗੇ ਲੈ ਕੇ ਆਉਣ ਜੋ ਡਿਜ਼ਰਵ ਕਰਦੇ ਆ, ਜੋ ਤੁਹਾਡੇ ਆਪਣੇ ਵਲੰਟੀਅਰ ਨੇ। ਔਰ ਆਪਣੇ ਵਲੰਟੀਅਰਾਂ ਦੀ ਆਵਾਜ਼ ਨੂੰ ਜ਼ਿਆਦਾ ਸੁਣਨ ਦੀ ਲੋੜ ਹੈ, ਨਾ ਕਿ ਜਿਹੜਾ ਹੈਗਾ ਬਾਹਰੋਂ ਲਿਆ ਕੇ ਤੁਸੀਂ ਜਦੋਂ ਬੰਦੇ ਉਮੀਦਵਾਰ ਦਿੰਦੇ ਹੋ ਪਾਰਟੀ ਦੇ ਵਿੱਚ ਤਾਂ ਉਹਦੇ ਨਾਲ ਸਮੱਸਿਆਵਾਂ ਖੜੀਆਂ ਹੁੰਦੀਆਂ ਹੀ ਹੁੰਦੀਆਂ ਨੇ। ਸੁਖਵਿੰਦਰ ਜੀ ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।